ਨਾਨਕ ਦੇ ਕਰ ਹੱਥ। ਬਿਲਾਵਲੋ ਮਹੱਲਾ ਪੰਜਵਾ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਰਹਾਉ ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ। ਆਨੰਦ ਕਰਹੁ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਆਨੰਦ ਕਰਹੁ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਧੰਤਾ ਦੇ ਯੋਗ ਹੋ, ਵਡਭਾਗੇ ਹੋ। ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰਬਾਣੀ ਵਿਚਾਰ ਸੁਣਨ ਦੇ ਲਈ, ਸਮਝਣ ਦੇ ਲਈ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਆਓ ਗੁਰਫਤਿਹ ਦੀ ਸਾਂਝ ਪਾਈਏ, ਵਿਚਾਰ ਦੀ ਆਰੰਭਤਾ ਕਰੀਏ। ਸਭ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੁਆਰਾ ਰਚਿਤ ਪਾਵਨ ਬਾਣੀ ਬਿਲਾਵਲ ਰਾਗ ਦੇ ਵਿੱਚ ਆਪਾਂ ਇੱਕ ਸ਼ਬਦ ਪੜ੍ਹਿਆ ਹੈ, ਆਪਸ ਵਿੱਚ ਰਲ ਕੇ ਸਾਂਝਾ ਕੀਤਾ ਹੈ। ਸ਼ਬਦ ਦੇ ਬੜੇ ਪਵਿੱਤਰ ਬੋਲ ਨੇ। ਬਿਲਾਵਲ ਮਹੱਲਾ ਪੰਜਵਾ। ਅੱਗੇ ਪਾਤਸ਼ਾਹ ਨੇ ਜ਼ਿਕਰ ਕੀਤਾ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਸ਼ਾਂਤ ਤੋਂ ਭਾਵ ਹੈ ਸ਼ਾਂਤੀ। ਆਪ ਇਸ ਗੱਲ ਨੂੰ ਸਾਰੇ ਜਾਣਦੇ ਹੋ। ਸਹਿਜ ਟਕਾ, ਜਿਹਨੂੰ ਆਤਮਕ ਠੰਡ ਵੀ ਕਿਹਾ ਜਾ ਸਕਦਾ ਹੈ, ਜਿਹਨੂੰ ਅੰਦਰ ਦੀ ਠੰਡ ਜਾਂ ਆਤਮਕ ਠੰਡ ਵੀ ਕਿਹਾ ਜਾਂਦਾ ਹੈ। ਹੁਣ ਜਿਹੜੀ ਆਤਮਕ ਠੰਡ ਹੈ, ਇਹ ਬਾਹਰੀ ਠੰਡ ਵਾਂਗ ਕਿਸੇ ਏਸੀ, ਕੂਲਰ ਆਦਿਕ ਸਾਧਨ ਦੇ ਨਾਲ ਨਹੀਂ ਪੈਦਾ ਹੁੰਦੀ। ਬਾਹਰੀ ਤੌਰ ਤੇ ਇੱਕ ਤਾਂ ਮੌਸਮੀ ਠੰਡ ਆ, ਮੌਸਮ ਦੇ ਬਦਲਣ ਦੇ ਨਾਲ ਠੰਡ ਗਰਮੀ ਬਣਦੀ ਆ। ਇੱਕ ਗਰਮੀ ਹੈਗੀ ਤੇ ਉਸ ਗਰਮੀ ਨੂੰ ਅਸੀਂ ਆਪਣੇ ਕੁਝ ਕੁ ਬਣਾਏ ਹੋਏ ਯੰਤਰਾਂ ਦੇ ਰਾਹੀਂ ਠੰਡ ਦੇ ਵਿੱਚ 1 2 4 ਕਮਰੇ ਜਿੰਨੀ ਲੋੜ ਆ ਆਪਾਂ ਠੰਡੇ ਕਰ ਲੈਂਦੇ ਹਾਂ, ਜਿੰਨੀ ਵੀ ਜ਼ਰੂਰਤ ਆ। ਪੱਖਾ, ਕੂਲਰ ਜਾਂ ਏਸੀ ਆਦਿਕ ਦੇ ਨਾਲ। ਹੁਣ ਜਿਹੜੀ ਇਹ ਠੰਡ ਆ ਗਈ ਤਾਂ ਸਾਡੇ ਇਉਂ ਕਹਿ ਲਓ ਹੱਥ ਦੇ ਵਿੱਚ ਆ ਗਈ ਪੈਦਾ ਕਰਨੀ। ਬਾਹਰੀ ਯੰਤਰ ਦੇ ਨਾਲ ਅਸੀਂ ਪੈਦਾ ਕਰ ਲਈ, ਮੌਸਮ ਬਦਲਣ ਦੇ ਨਾਲ ਪੈਦਾ ਹੋ ਗਈ।
ਤੇ ਜਿਹੜੀ ਅੰਦਰ ਦੀ ਠੰਡ ਹੈਗੀ, ਅੰਦਰ ਦੀ ਠੰਡ ਕਿਸੇ ਅਜਿਹੇ ਜੰਤਰ ਦੇ ਨਾਲ ਪੈਦਾ ਨਹੀਂ ਹੁੰਦੀ। ਆਪਾਂ ਆਮ ਹੀ ਕਹਿ ਦਿੰਦੇ ਹੈਗੇ ਏਸੀ ਰੂਮਾਂ ਦੇ ਵਿੱਚ ਰਹਿਣ ਵਾਲੇ ਬਾਹਰੋਂ ਭਾਵੇਂ ਠੰਡੇ ਨੇ ਪਰ ਅੰਦਰੋਂ ਤਪੇ ਪਏ ਨੇ। ਆਪਣੀ ਆਮ ਹੀ ਕਹਾਵਤ ਆ। ਹੀਟਰਾਂ ਦੇ ਜਾਂ ਏਸੀ ਰੂਮਾਂ ਦੇ ਵਿੱਚ ਰਹਿਣ ਵਾਲੇ ਬਾਹਰੀ ਤੌਰ ਤੇ ਠੰਡ ਗਰਮੀ ਮਹਿਸੂਸ ਕਰ ਸਕਦੇ ਨੇ, ਪਰ ਅੰਦਰੋਂ ਉਹਨਾਂ ਦੇ ਜਿਹੜੀ ਤਪਸ਼ ਹੈ ਉਹ ਖਤਮ ਨਹੀਂ ਹੁੰਦੀ ਗੀ। ਅੰਦਰ ਦੀ ਤਪਸ਼ ਨੂੰ ਖਤਮ ਕਰਨ ਦੇ ਲਈ, ਅੰਦਰ ਠੰਡ ਪੈਦਾ ਕਰਨ ਦੇ ਲਈ ਸਾਨੂੰ ਇੱਕ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਨਾਲ ਮਿਲਣਾ ਪਵੇਗਾ। ਕਿਉਂਕਿ ਇੱਥੇ ਜ਼ਿਕਰ ਕੀ ਕੀਤਾ, ਸ਼ਾਂਤ ਪਾਈ ਠੰਡ ਪਾਈ, ਸਹਿਜ ਪਾਇਆ ਟਕਾ ਪਾਇਆ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਪਹਿਲਾਂ ਤਾਂ ਜ਼ਿਕਰ ਕੀ ਕੀਤਾਗਾ ਪਾਤਸ਼ਾਹ ਨੇ, ਦੋ ਵਾਰੀ ਤਾਂ ਜ਼ਿਕਰ ਕੀਤਾ ਗੁਰ ਅਤੇ ਸਤਿਗੁਰ। ਮੇਰੇ ਗੁਰੂ ਕੋਲੋਂ, ਮੇਰੇ ਸੱਚੇ ਸਤਿਗੁਰ ਕੋਲੋਂ। ਚਲੋ ਫਿਰ ਨਾਲ ਇਹ ਵੀ ਦਰਜ ਕਰ ਦਿੱਤਾ ਸਾਡਾ ਭੁਲੇਖਾ ਕੱਢਣ ਦੇ ਲਈ ਵੀ ਕਈ ਵਾਰ ਤੈਨੂੰ ਭੁਲੇਖਾ ਨਾ ਪੈ ਜੇ, ਤੂੰ ਕਿਸੇ ਨਕਲੀ ਸਤਿਗੁਰ ਕੋਲੇ ਨਾ ਵਗ ਜੀ, ਨਕਲੀ ਗੁਰੂ ਕੋਲੇ ਨਾ ਵਗ ਜੀ। ਉੱਥੇ ਲਿਖਿਆ ਗਾ ਪੂਰੇ ਕੋਲੇ ਜਾਈਂ ਤੂੰ। ਕਈ ਵਾਰ ਤੂੰ ਭੁਲੇਖਾ ਖਾ ਜੇ, ਅਧੂਰੇ ਕੋਲੇ ਵਗ ਜੇ ਤੇ ਅਧੂਰੇ ਕੋਲੇ ਜਾ ਕੇ ਤੈਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲ ਸਕੇਗੀ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਵੀ ਘਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਆ ਨਾ, ਕੋਈ ਸਾਧਨ ਲੈ ਕੇ ਆਉਣਾ, ਕਿਸੇ ਤਰ੍ਹਾਂ ਦਾ ਕੋਈ ਪਦਾਰਥ ਲੈ ਕੇ ਆਉਣਾ, ਸਿਆਣਾ ਬੰਦਾ ਰਹਿ ਜਾਂਦਾ ਵੀ ਫਲਾਨੀ ਭਾਈ ਦੁਕਾਨ ਤੇ ਜਾਈ, ਉੱਥੋਂ ਨਾ ਘਟੀਆ ਵਸਤੂ ਨਹੀਂ, ਉੱਥੋਂ ਵਧੀਆ ਵਸਤੂ ਮਿਲੂਗੀ, ਵਧੀਆ ਪਦਾਰਥ ਮਿਲੂਗਾ। ਭਾਵੇਂ 2 ਰੁਪਈਏ ਵੱਧ ਲੱਗ ਜਾਣ ਪਰ ਤਸੱਲੀ ਬਖਸ਼ ਹੋਊਗਾ। ਤੇ ਪੰਜਵੇਂ ਪਾਤਸ਼ਾਹ ਨੇ ਕੀ ਕਿਹਾ ਵੀ ਪੂਰੇ ਗੁਰੂ ਕੋਲੇ ਜਾਈ, ਭਾਵੇਂ ਮਿਹਨਤ ਵੱਧ ਕਰਨੀ ਪੈ ਜੇ ਇਹ ਨਾ ਮੰਨੀ। ਜਿਵੇਂ ਬਾਹਰੀ ਤੌਰ ਤੇ ਕਿਹਾ ਨਾ ਵੀ ਭਾਵੇਂ 2 ਰੁਪਈਏ ਵੱਧ ਲੱਗ ਜਾਣ ਫਲਾਣੇ ਥਾਂ ਜਾਈ। ਤੇ ਸੱਚੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀ ਕਿਹਾਗਾ, ਕਹਿੰਦੇ ਪੂਰੇ ਕੋਲੇ ਜਾਈ, ਅਧੂਰੇ ਕੋਲੇ ਨਾ ਵਗ ਜੀ, ਭਾਵੇਂ ਮਿਹਨਤ ਵੱਧ ਕਰਨੀ ਪੈ ਜੇ। ਆਪਾਂ ਨੂੰ ਪਤਾ ਅਧੂਰੇ ਕੋਲੇ ਜਾਣ ਦੇ ਲਈ ਤਾਂ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ, ਪਰ ਪੂਰੇ ਕੋਲੇ ਜਾਣ ਦੇ ਲਈ ਮਿਹਨਤ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਜਿਨ੍ਹਾਂ ਨੇ ਇਸ ਮਾਰਗ ਤੇ ਤੁਰਨਾ ਨਾ, ਪੂਰੇ ਸਤਿਗੁਰ ਵਾਲੇ ਰਸਤੇ ਤੇ ਜਾਣਾਗਾ, ਤਾਂ ਗੁਰੂ ਪਾਤਸ਼ਾਹ ਕਹਿੰਦੇ ਕਠਿਨ ਤਾਂ ਹੈ ਭਾਈ, ਇਹੋ ਜਿਹੀ ਗੱਲ ਨਹੀਂ ਵੀ ਕਠਿਨ ਨਹੀਂ ਹੈ। ਤਿੱਖਾ ਥੋੜਾ ਜਿਹਾ, ਵਾਲ ਤੋਂ ਬਰੀਕ ਹੈ, ਪਰ ਤੂੰ ਜਾ ਸਹੀ, ਤੈਨੂੰ ਉਥੋਂ ਗਰੰਟੀ ਸੁਦਾ ਪਦਾਰਥ ਮਿਲਣਗੇ। ਸ਼ਾਂਤੀ ਆ ਪੱਕੇ ਤੌਰ ਤੇ ਮਿਲੂ, ਆਨੰਦ, ਠੰਡ, ਆਤਮਕ ਠੰਡ, ਮਤਲਬ ਅੰਦਰ ਦੇ ਸਾਰੇ ਭੁਲੇਖੇ, ਅੰਦਰ ਦੇ ਸਾਰੇ ਸ਼ੰਕੇ ਗੁਰੂ ਨੇ ਨਿਵਰਤ ਕਰ ਦੇਣੇ ਨੇ। ਕਰੂਗਾ ਪੂਰਾ ਗੁਰੂ, ਅਧੂਰਾ ਗੁਰੂ ਨਹੀਂ ਕਰਦਾਗਾ। ਫਿਰ ਆਪਾਂ ਪੰਕਤੀ ਦੁਬਾਰਾ ਆਪਣੇ ਧਿਆਨ ਵਿੱਚ ਲੈ ਆਈਏ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਪੂਰੇ ਗੁਰੂ ਕੋਲੇ ਜਾ ਕੇ ਭਾਈ ਮੈਨੂੰ ਸ਼ਾਂਤੀ ਦੀ ਦਾਤ, ਆਨੰਦ ਦੀ ਦਾਤ, ਟਕਾ ਦੀ ਠੰਡ ਦੀ ਦਾਤ ਮਿਲ ਗਈ। ਅੱਗੇ ਸੁੱਖ ਉਪਜੇ। ਹੁਣ ਮੇਰੀ ਜ਼ਿੰਦਗੀ 'ਚ ਨਾ ਸੁੱਖ ਹੀ ਸੁੱਖ ਪੈਦਾ ਹੋ ਗਏ। ਇੱਕ ਗੱਲ ਧਿਆਨ 'ਚ ਰੱਖਿਓ, ਆਪਾਂ ਬਾਜ਼ਾਰਾਂ ਵਿੱਚ ਸਾਰੀ ਜਾਂਦੇ ਆ, ਕਈ ਥਾਂ ਨਾ ਜਿੱਥੇ ਕੋਈ ਚੀਜ਼ ਦੀ ਵੱਧ ਵਿਕਰੀ ਹੋਵੇ, ਵੱਧ ਲਾਗਤ ਹੋਵੇ, ਜਿੱਥੇ ਗਾਹਕ ਵੱਧ ਜਾਂਦੇ ਹੋਣ, ਉੱਥੇ ਲਿਖਿਆ ਹੁੰਦਾਗਾ। ਕੀ ਲਿਖਿਆ ਹੁੰਦਾਗਾ? ਮੰਨ ਲਓ ਵੀ ਅਸੀਂ ਪੱਗਾਂ ਲੈਣ ਜਾਣੀਆਂ ਨੇ, ਤੇ ਅੱਗੇ ਕੀ ਲਿਖਿਆ? ਪੱਗਾਂ ਹੀ ਪੱਗਾਂ। ਅੱਗੇ ਲਿਖਿਆ ਨਾ, ਦ੍ਰਿਸ਼ਟਾਂਤ ਦਿੱਤਾ ਵੀ ਤੁਹਾਨੂੰ ਇੱਥੋਂ ਨਰਾਸਾ ਨਹੀਂ ਮੁੜਨਾ ਪਊਗਾ, ਪੱਗਾਂ ਹੀ ਪੱਗਾਂ। ਅੱਗੇ ਲਿਖਿਆ ਦੁਪੱਟੇ ਹੀ ਦੁਪੱਟੇ, ਚੁੰਨੀਆਂ ਹੀ ਚੁੰਨੀਆਂ। ਇਦਾਂ ਦਾ ਭਾਵ ਉੱਥੇ ਹਿੰਟ ਦਿੱਤਾ ਹੋਇਆ ਗਾ। ਭਾਵ ਅੱਗੇ ਤੁਸੀਂ ਕੁਝ ਵੀ ਖਰੀਦਣ ਜਾਣਾਗਾ ਤਾਂ ਉਹਦੇ ਅੱਗੇ ਲਿਖਿਆ ਪਿਆ ਇੱਥੇ ਜਿਹੜੀ ਚੀਜ਼ ਤੁਸੀਂ ਲੈਣਾ ਹੋ ਉਹ ਵਾਧੂ ਆ। ਭਾਵ ਜੋ ਮਰਜ਼ੀ ਖਰੀਦੋ ਤੁਹਾਨੂੰ ਮਿਲੇਗਾ। ਤੇ ਹੁਣ ਚੇਤਾ ਰੱਖਿਓ, ਪੂਰੇ ਬਾਜ਼ਾਰ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਇਹ ਦੁਨੀਆ ਸ਼ਹਿਰ ਮੇਲਾ,
ਇਸ ਪੂਰੇ ਮੇਲੇ ਦੇ ਵਿੱਚ ਕਿਤੇ ਵੀ ਸਾਨੂੰ ਇਉਂ ਲਿਖਿਆ ਨਹੀਂ ਮਿਲੇਗਾ। ਕੀ ਲਿਖਿਆ? ਸੁੱਖ ਹੀ ਸੁੱਖ, ਜਿੰਨੇ ਮਰਜ਼ੀ ਲੈ ਜਾ। ਇਹ ਕਿਤੇ ਨਹੀਂ ਲਿਖਿਆ ਮਿਲਣਾਗਾ ਸੁੱਖ ਹੀ ਸੁੱਖ, ਵੀ ਇੱਥੇ ਸੁੱਖ ਹੀ ਸੁੱਖ ਮਿਲਦੇ ਨੇ। ਮੈਂ ਤਾਂ ਇਹ ਚਾਹਾਂਗਾ ਵੀ ਗੁਰੂ ਬਖਸ਼ਿਸ਼ ਕਰੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਇਹ ਗੱਲ ਲਿਖ ਕੇ ਲੱਗੀ ਹੋਣੀ ਚਾਹੀਦੀ ਹੈ। ਪਰ ਲਾਊ ਕੌਣ? ਜਿਹੜਾ ਆਪ ਸੁਖੀ ਹੋਊਗਾ। ਗੱਲ ਤਾਂ ਇੱਥੇ ਰੁਕ ਗਈ ਨਾ, ਲੱਗੀ ਹੋਣੀ ਚਾਹੀਦੀ ਆ, ਪਰ ਲਾਵੇਗਾ ਕੌਣ? ਜਿਹੜਾ ਆਪ ਸੁਖੀ ਆ। ਜਿਹੜਾ ਆਪ ਸੁਖੀ ਨਹੀਂ ਹੈ ਉਹ ਥੋੜੀ ਲਾਵੇਗਾ। ਸੁੱਖ ਹੀ ਸੁੱਖ, ਜਿੰਨੇ ਮਰਜ਼ੀ ਲੈ ਜਾਓ, ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲਦੇ ਨੇ ਭਾਈ, ਸੁੱਖ ਹੀ ਸੁੱਖ। ਪਰ ਪੂਰੇ ਬਾਜ਼ਾਰ ਚੋਂ, ਪੂਰੇ ਮੇਲੇ ਚੋਂ ਕਿਤੋਂ ਨਹੀਂ ਮਿਲਣਗੇ। ਫਿਰ ਪਾਤਸ਼ਾਹ ਲਿਖਿਆ ਗਾ ਸੁੱਖ ਉਪਜੇ ਬਾਜੇ ਅਨਹਦ ਤੂਰੇ। ਹੁਣ ਸੁੱਖ ਆ ਜਿਹੜਾ ਉਹ ਕਿਵੇਂ ਪ੍ਰਾਪਤ ਹੁੰਦਾ ਗਾ, ਇਹਦੇ ਤੇ ਥੋੜੀ ਜਿਹੀ ਆਪਾਂ ਵਿਆਖਿਆ ਕਰਨੀ ਹੈ। ਰਹਾਉ ਦਾ ਬੰਦ ਚੱਲੀ ਜਾਂਦਾ। ਜਿਹੜਾ ਸੁੱਖ ਆ ਨਾ, ਸੁੱਖ ਦਾ ਜਨਮ ਹੈ ਤ੍ਰਿਪਤੀ ਚ। ਸੁੱਖ ਦਾ ਜਨਮ ਤ੍ਰਿਪਤੀ ਦੇ ਵਿੱਚੋਂ ਆ। ਇਉਂ ਕਹਿ ਲਈਏ ਵੀ ਸੁੱਖ ਦੀ ਮਾਂ ਸੰਤੋਖ ਹੈ। ਸੁੱਖ ਦੀ ਮਾਂ ਦਾ ਨਾਂ ਕੀ ਆ? ਸੰਤੋਖ। ਜਿਹੜੇ ਬੰਦੇ ਕੋਲੇ ਸੰਤੋਖ ਨਹੀਂ ਹੈ ਉਹ ਕਦੇ ਸੁਖੀ ਨਹੀਂ ਹੋ ਸਕਦਾ, ਚਾਹੇ ਉਹ ਜਿੰਨਾ ਮਰਜ਼ੀ ਅਮੀਰ ਹੋਵੇ, ਜਿੰਨਾ ਮਰਜ਼ੀ ਉਹ ਸੁੱਖ ਸਹੂਲਤਾਂ ਦੇ ਵਿੱਚ, ਲੋੜਾਂ ਦੇ ਵਿੱਚ ਰਹਿੰਦਾ ਹੋਵੇ, ਵੀ ਉਹਦੀ ਹਰ ਇੱਕ ਏ ਤੋਂ ਜ਼ੈਡ ਤੱਕ ਲੋੜ ਪੂਰੀ ਹੁੰਦੀ ਆ। ਪਰ ਜੇ ਉਹਦੇ ਜੀਵਨ 'ਚ ਸੰਤੋਖ ਨਹੀਂ ਹੈ ਤਾਂ ਚੇਤਾ ਰੱਖਿਓ ਉਹ ਕਦੇ ਸੁਖੀ ਨਹੀਂ ਹੋ ਸਕਦਾ। ਤੇ ਜਿਹੜਾ ਗੁਰੂ ਆ ਨਾ ਸਾਡਾ ਗੁਰੂ ਦਾਤ ਹੀ ਸੰਤੋਖ ਦੀ ਦਿੰਦਾ ਗਾ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਦਿੰਦਾ ਨਾ ਗੁਰੂ, ਬਖਸ਼ਿਸ਼ ਕਰਦਾ ਗਾ। ਪਰ ਸੰਤੋਖ ਪ੍ਰਾਪਤ ਕੌਣ ਕਰਦਾ? ਕੋਈ ਕੋਈ। ਨਾਲ ਲਫ਼ਜ਼ ਕੀ ਵਰਤਿਆ ਆਪਾਂ? ਕੋਈ ਕੋਈ, ਸਾਰੇ ਨਹੀਂ। ਹੁਣ ਸੁੱਖ ਦਾ ਜਨਮ ਕੀ ਆ? ਸੁੱਖ ਦਾ ਜਨਮ ਸੰਤੋਖ ਚੋਂ ਹੈ। ਸੇ ਸੰਤੋਖੀ ਕੌਣ ਨੇ? ਕੋਈ ਕੋਈ। ਬਾਣੀ 'ਚ ਲਿਖਿਆ ਨਾ, ਬਿਨਾ ਸੰਤੋਖ ਨਹੀਂ ਕੋਊ ਰਾਜੈ। ਹੁਣ ਭੁੱਖਾ ਮਨੁੱਖਾ ਜਿਹੜਾ ਉਹ ਦੁਖੀ ਹੁੰਦਾ ਗਾ। ਜਿਹਨੂੰ ਪੇਟ ਕਰਕੇ ਨਾ ਭੋਜਨ ਦੀ ਭੁੱਖ ਲੱਗੀ ਆ ਉਹ ਦੁਖੀ ਆ। ਬਾਣੀ 'ਚ ਲਿਖਿਆ ਇੱਕ ਦੁੱਖ ਭੂਖ, ਲਿਖਿਆ ਨਾ ਵੀ ਭੁੱਖ ਦੁੱਖਾਂ ਦਾ ਕਾਰਨ ਬਣ ਜਾਂਦੀ ਆ। ਮੰਨ ਲਓ ਭੁੱਖੇ ਵਿਅਕਤੀ ਨੇ ਚੋਰੀ ਕਰ ਲਈ, ਪਕੜਿਆ ਗਿਆ। ਚੋਰੀ ਕਰ ਲਈ, ਛਿੱਤਰ ਪਏ, ਦੁੱਖ ਮਿਲਣੇ ਸ਼ੁਰੂ ਹੋ ਗਏ ਨਾ। ਜੇਲ੍ਹ 'ਚ ਵੀ ਜਾਣਾ ਪੈ ਗਿਆ, ਲੋਕਾਂ 'ਚ ਬਦਨਾਮ ਵੀ ਹੋ ਗਿਆ, ਲੋਕਾਂ 'ਚ ਮੂੰਹ ਵਿਖਾਉਣ ਵੀ ਨਹੀਂ ਹੋ ਗਿਆ, ਦੁੱਖ ਪੈਦਾ ਹੋ ਗਿਆ। ਹੁਣ ਦੁੱਖ ਕਿੱਥੋਂ ਨਿਕਲਿਆ? ਭੁੱਖ ਦੇ ਵਿੱਚੋਂ। ਭੁੱਖੇ ਵਿਅਕਤੀ ਨੂੰ ਦੁਖੀ ਹੋਣਾ ਪਿਆ, ਉਹਦੇ ਦੁੱਖਾਂ ਦਾ ਕਾਰਨ ਭੁੱਖ ਆ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਬਿਨਾਂ ਸੰਤੋਖ, ਸੰਤੋਖ ਤੋਂ ਬਿਨਾਂ ਆਪਣੀ ਭੁੱਖ ਦਾ ਦੁੱਖ ਕੋਈ ਮਿਟਾ ਨਹੀਂ ਸਕਦਾ। ਤੇ ਅੱਜ ਦੇ ਸਮੇਂ 'ਚ ਆਪਾਂ ਨਜ਼ਰ ਮਾਰ ਕੇ ਵੇਖ ਸਕਦੇ ਹਾਂ, ਆਪਾਂ ਮੋਟੀ ਜਿਹੀ ਨਿਗਾਹ ਮਾਰਨੀ ਆ, ਹਰ ਇੱਕ ਵਿਅਕਤੀ ਨੇ ਆਪਣੇ ਸਰੀਰ ਵੱਲ ਵੀ ਅਸੀਂ ਰੱਜੇ ਹੋਏ ਹਾਂ ਕਿ ਅਸੀਂ ਭੁੱਖੇ ਹਾਂ, ਇੰਨੀ ਨਿਗਾਹ ਮਾਰਨੀ ਆ ਮੇਰੇ ਖਿਆਲ ਮੁਤਾਬਕ। ਚਲੋ ਗੁਰੂ ਬਖਸ਼ਿਸ਼ ਕਰੇ, ਬਿਰਲੀਆਂ ਰੂਹਾਂ ਨੂੰ ਛੱਡ ਕੇ ਅਸੀਂ ਭੁੱਖੇ ਹਾਂ। ਕੁਝ ਕਿ ਨਾ ਹੱਥਾਂ ਤੇ ਗਿਣਨ ਵਾਲੇ ਲੋਕਾਂ ਨੂੰ ਆਪਾਂ ਛੱਡ ਦੋ, 100 ਦੇ ਵਿੱਚੋਂ 20 ਨੂੰ ਛੱਡ ਦੋ, 25 ਨੂੰ ਛੱਡ ਦੋ, 75 ਤਾਂ ਭੁੱਖੇ ਹੈ ਹੀ ਹੈ। ਭੁੱਖ ਤੋਂ ਭਾਵ ਕੀ ਹੈ? ਸਰੀਰ ਕਰਕੇ ਸਾਡੀਆਂ ਲੋੜਾਂ ਪੂਰੀਆਂ ਨੇ, ਇਹ ਨਹੀਂ ਵੀ ਸਾਡੇ ਕੋਲੇ ਕੁਛ ਹੈ ਹੀ ਨਹੀਂਗਾ। ਹੋ ਸਕਦਾ ਸਾਲ ਦੇ ਵਿੱਚੋਂ ਦੀ ਕਣਕ ਇੱਕ ਵਾਰ ਸਾਡੇ ਕੋਲੇ ਆਉਂਦੀ ਹੈ ਨਵੇਂ ਸਿਰੋਂ, ਸਾਲ ਤੋਂ ਬਾਅਦ। ਹੋ ਸਕਦਾ ਸਾਡੇ ਕੋਲੇ 2 ਸਾਲਾਂ ਦਾ ਘਰ ਦੇ ਵਿੱਚ ਰਾਸ਼ਨ ਇਕੱਠਾ ਕੀਤਾ ਪਿਆ ਹੋਵੇ। ਹੋ ਸਕਦਾ ਸਾਡੇ ਕੋਲੇ 5 ਸਾਲ ਦਾ ਰਾਸ਼ਨ ਇਕੱਠਾ ਕੀਤਾ ਪਿਆ ਹੋਵੇ, ਪਰ ਅਸੀਂ ਭੁੱਖੇ ਫਿਰ ਵੀ ਆ। ਨਿਗਾਹ ਮਾਰ ਕੇ ਵੇਖ ਲਓ, ਨਿਗਾਹ ਮਾਰ ਕੇ ਵੇਖਣੀ ਪੈਣੀ ਹੈ ਨਾ। ਭੁੱਖ ਦੇ ਵਿੱਚੋਂ ਦੁੱਖ ਦਾ ਜਨਮ ਆ ਤੇ ਸੰਤੋਖ ਦੇ ਵਿੱਚੋਂ ਸੁੱਖ ਦਾ ਜਨਮ ਹੈਗਾ। ਹੁਣ ਗੁਰੂ ਸਾਹਿਬ ਕਹਿੰਦੇ ਸੁੱਖ ਲੈਣਾ ਨਾ, ਸੰਤੋਖੀ ਬਣਨਾ ਪਊਗਾ। ਫਿਰ ਪਾਤਸ਼ਾਹ ਜੀ ਕਹਿੰਦੇ ਉਦਾਂ ਸਾਡੀਆਂ ਸਰੀਰਕ ਤਲ ਤੇ ਸਾਰੀਆਂ ਲੋੜਾਂ ਪੂਰੀਆਂ ਨੇ, ਕੋਈ ਕਮੀ ਨਹੀਂ ਹੈ,
ਪਰ ਸਾਡੇ ਜੀਵਨ 'ਚ ਤ੍ਰਿਸ਼ਨਾ ਇੰਨੀ ਵੱਧ ਗਈ, ਲਾਲਚ ਇੰਨਾ ਵੱਧ ਗਿਆ, ਸਾਡੇ ਜੀਵਨ ਵਿੱਚ ਭੁੱਖ ਇੰਨੀ ਵੱਧ ਗਈ, ਅਸੀਂ ਸਭ ਕੁਝ ਹੁੰਦਿਆਂ ਹੋਇਆਂ ਵੀ ਅੰਦਰੋਂ ਭੁੱਖੇ ਆ, ਤ੍ਰਿਪਤ ਨਹੀਂ ਹਾਂ। ਫਿਰ ਪਾਤਸ਼ਾਹ ਜੀ ਕਹਿੰਦੇ ਬਿਨਾਂ ਸੰਤੋਖ, ਸੰਤੋਖ ਤੋਂ ਬਿਨਾਂ ਕੋਈ ਰੱਜ ਨਹੀਂ ਸਕਦਾ। ਜਿਹੜਾ ਸੰਤੋਖ ਆ ਨਾ, ਇਹ ਹੋ ਸਕਦਾ ਕਿਸੇ ਦਿਹਾੜੀਦਾਰ ਕੋਲੇ ਵੀ ਹੋਵੇ। ਜਿਹੜਾ ਵਿਚਾਰਾ ਨਾ 5, 10, 20, 50 ਰੁਪਈਆ, 100 ਰੁਪਈਆ ਰੋਜ਼ਾਨਾ ਕਮਾਉਂਦਾ ਗਾ, ਸੰਤੋਖ ਉਹਦੇ ਕੋਲੇ ਵੀ ਹੋ ਸਕਦਾ। ਸੰਤੋਖ ਤਾਂ ਸੀਹੇ ਉੱਪਲ ਕੋਲੇ ਆ, ਜਿਹਦੇ ਘਰ ਵਿੱਚ ਨਾ ਹੋ ਸਕਦਾ ਇੱਕ ਡੰਗ ਦਾ ਹੀ ਭੋਜਨ ਬਣਿਆ ਤੇ ਅਗਲੇ ਡੰਗ ਦਾ ਭੋਜਨ ਹੈ ਹੀ ਨਹੀਂਗਾ, ਅਗਲੇ ਡੰਗ ਦਾ ਰਾਸ਼ਨ ਹੈ ਹੀ ਨਹੀਂਗਾ। ਸੰਤੋਖ ਤਾਂ ਭਾਈ ਲਾਲੋ ਦੇ ਘਰ ਹੈਗਾ, ਨਿਗਾਹ ਮਾਰ ਕੇ ਵੇਖਿਓ। ਸੰਤੋਖ ਭਗਤ ਰਵਿਦਾਸ ਜੀ ਦੇ ਘਰ ਆ, ਸੰਤੋਖ ਭਗਤ ਕਬੀਰ ਸਾਹਿਬ ਦੇ ਘਰ ਹੈਗਾ, ਸੰਤੋਖ ਭਗਤ ਸੈਣ ਜੀ ਦੇ ਘਰ, ਭਗਤ ਨਾਮਦੇਵ ਜੀ ਦੇ ਘਰ ਆ ਸੰਤੋਖ। ਉਹਨਾਂ ਨੇ ਆਪਣੇ ਜੀਵਨ ਦਾ ਇੱਕ ਵੀ ਉਹ ਦਿਨ, ਉਹ ਵਕਤ, ਉਹ ਪੁਆਇੰਟ ਨਹੀਂ ਆਇਆ ਜਿੱਥੇ ਲਾਲਚੀ ਵਰਤੀ ਉਹਨਾਂ ਦੀ ਸਾਡੇ ਇਤਿਹਾਸ ਨੇ ਵਿਖਾਈ ਵੀ ਇੱਥੇ ਲਾਲਚ ਕੀਤਾ ਇਹਨਾਂ ਨੇ। ਹੁਣ ਅਰਥ ਕੀ ਬਣ ਗਏ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਤੋਖ ਤੋਂ ਬਿਨਾ ਕੋਈ ਮਨੁੱਖ ਰੱਜ ਨਹੀਂ ਸਕਦਾ, ਬਿਨਾ ਸੰਤੋਖ ਨਹੀਂ ਕੋਊ ਰਾਜੈ, ਕੋਈ ਵੀ ਨਹੀਂ ਰੱਜ ਸਕਦਾ। ਤੇ ਅੱਗੇ ਜਾ ਕੇ ਪਾਤਸ਼ਾਹ ਨੇ ਹੋਰ ਵੀ ਲਿਖਿਆ, ਕਹਿੰਦੇ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਹਰੀ ਪਰਮਾਤਮਾ ਦੇ ਨਾਮ ਨਾਲ, ਗਿਆਨ ਦੇ ਨਾਲ ਅਸੀਂ ਸੰਤੋਖੀ ਹੋ ਸਕਦੇ ਹਾਂ। ਸਾਡੀ ਤ੍ਰਿਸ਼ਨਾ ਜਿਹੜੀ ਆ ਉਹ ਬੁਝ ਸਕਦੀ ਆ, ਬੰਦ ਹੋ ਸਕਦੀ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪੂਰਨ ਸਤਿਗੁਰ ਗਿਆਨ। ਫਿਰ ਅਸੀਂ ਕੀ ਬਣ ਜਾਵਾਂਗੇ? ਮਹਾ ਸੰਤੋਖੀ ਬਣ ਜਾਵਾਂਗੇ। ਸਾਡੇ ਜੀਵਨ ਦੇ ਵਿੱਚ ਨਾ ਸੰਤੋਖ ਪੈਦਾ ਹੋ ਜਾਵੇਗਾ। ਤੇ ਪਾਤਸ਼ਾਹ ਨੇ ਇਦਾਂ ਵੀ ਲਿਖਿਆ ਨਾ, ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਤ੍ਰਿਸ਼ਨਾ ਨਾ ਬਿਰਲੇ ਹੀ ਕੀ ਬੁਝੀ ਰੇ। ਤ੍ਰਿਸ਼ਨਾ ਜਿਹੜੀ ਕਹਿੰਦੇ ਵਿਰਲੇ ਵਿਰਲਿਆਂ ਦੀ ਬੁਝਦੀ ਹੈ ਭਾਈ, ਹਰੇਕ ਦੀ ਨਹੀਂ ਬੁਝਦੀ ਗੀ, 100 ਦੇ ਵਿੱਚੋਂ ਬਿਰਲੇ ਬਿਰਲੇ। ਦੇਖੋ ਇਹ ਤਾਂ ਗੁਰੂ ਨੇ ਵੀ ਫੈਸਲਾ ਲੈ ਲਿਆ, ਆਪਣੀ ਗੱਲ ਨਹੀਂ ਹੈ ਵੀ ਜਾਂ ਤੁਹਾਡੀ ਗੱਲ ਆ ਜਾਂ ਮੇਰੀ ਗੱਲ ਆ ਵੀ ਤ੍ਰਿਸ਼ਨਾ ਬਿਰਲੇ ਬਿਰਲੇ ਦੀ ਬੁਝਦੀ ਆ। ਗੁਰੂ ਨੇ ਬਾਣੀ 'ਚ ਕਹਿ ਦਿੱਤਾ ਵੀ ਤ੍ਰਿਸ਼ਨਾ ਜਿਹੜੀ ਆ ਬਿਰਲੇ ਬਿਰਲਿਆਂ ਦੀ ਬੁਝਦੀ ਆ, ਹਰੇਕ ਦੀ ਨਹੀਂ ਬੁਝਦੀ ਗੀ। ਉਹ ਕਹਿੰਦੇ ਹੁੰਦੇ ਨਾ, ਕਹਿੰਦੇ ਬੰਦੇ ਨੂੰ ਲੱਖ ਰੁਪਈਆ ਮਿਲ ਗਿਆ ਤੇ ਬੰਦੇ ਨੇ ਇਮਾਨਦਾਰੀ ਦਿਖਾਈ, ਲੱਖ ਮਿਲ ਗਿਆ ਨਾ, ਇਮਾਨਦਾਰੀ ਵਿਖਾਈ। ਤੇ ਕਈ ਵਾਰ ਬੰਦਾ 1 ਟਕੇ ਤੇ 1 ਰੁਪਈਏ ਤੇ ਬੇਈਮਾਨ ਹੋ ਜਾਂਦਾ, 1 ਟਕੇ ਤੇ 1 ਰੁਪਈਏ ਤੇ ਬੇਈਮਾਨ ਹੋ ਜਾਂਦਾ। ਅਸੀਂ ਆਪਣੀ ਵੀ ਬੇਈਮਾਨੀ ਵੇਖ ਲਈਏ, ਆਪਣੀ ਵੀ ਆਪਾਂ ਲਾਲਚੀ ਵਰਤੀ ਵੇਖ ਲਈਏ। ਮੰਨ ਲਓ ਵੀ ਮੈਂ ਕਿਸੇ ਰੇਹੜੀ ਵਾਲੇ ਕੋਲੋਂ, ਅੱਜ ਦੇ ਹਾਲਾਤ ਤਾਂ ਬਹੁਤ ਮੰਦੜੇ ਨੇ, ਭਿਆਨਕ ਨੇ ਅੱਜ ਦੇ ਹਾਲਾਤ। ਮੰਨ ਲਓ ਵੀ ਮੈਂ ਕਿਸੇ ਰੇਹੜੀ ਵਾਲੇ ਕੋਲੋਂ ਕੁਝ ਸਬਜ਼ੀ ਫਰੂਟ ਖਰੀਦ ਰਿਹਾ ਗਾ, ਉਹਨੇ ਜਿੰਨੇ ਰੁਪਈਏ ਦਿੱਤੇ ਨੇ ਓਨੇ ਦਾ ਸੌਦਾ ਤੋਲਤਾ ਨਾ, ਉਹਨੇ ਜਿੰਨਾ ਵੀ ਭਾਵ ਪੈਸਾ ਦਿੱਤਾ ਗਾ। ਅਸੀਂ ਕੀ ਕੀਤਾ? ਸਾਡੀ ਬਿਰਤੀ ਕੀ ਆ? ਮਤਲਬ ਬੰਦਾ ਇੰਨਾ ਕੁ ਲਾਲਚੀ ਹੋ ਗਿਆ, ਕਦੇ ਕੁਛ ਚੱਕ ਕੇ ਖਾ ਲਿਆ, ਕਦੇ ਕੁਛ ਚੱਕ ਕੇ ਖਾ ਲਿਆ, ਕਦੇ ਕੁਛ ਮੂੰਹ 'ਚ ਪਾ ਲਿਆ। ਮੰਨ ਲਓ ਬੰਦੇ ਦੀ ਬਿਰਤੀ ਕੀ ਆ? ਜਿਹਨੇ ਮੈਨੂੰ ਵੱਧ ਨਹੀਂ ਨਾ ਪਾਇਆ, ਕੋਈ ਨਾ, ਜਿੰਨਾ ਟਾਈਮ ਇਹਦੀ ਮੈਂ ਦੁਕਾਨ ਤੇ ਖੜਾ, ਰੇਹੜੀ ਤੇ ਖੜਾਂਗਾ, ਉਨਾ ਟਾਈਮ ਮੈਂ ਕੁਛ ਨਾ ਕੁਛ ਆਪਦੇ ਮੂੰਹ 'ਚ ਪਾਉਂਦਾ ਰਹਾਂਗਾ। ਇੱਥੋਂ ਤੱਕ ਲਾਲਚ ਆ। ਚੰਗਾ ਫਿਰ 2 ਮਿਰਚਾਂ ਵੀ ਦੇ ਦੇ, ਧਨੀਆ ਵੀ ਦੇ ਦੇ, ਆਦਾ ਵੀ ਦੇ ਦੇ, ਪਾ ਦੇ, ਥੋੜਾ ਜਿਹਾ ਕੀ ਫਰਕ ਪੈਂਦਾ ਹੈਗਾ। ਚਲੋ ਮੰਨ ਲਓ ਇੱਕ ਪਿਆਰ ਆ, ਉਹ ਵੱਖਰੀ ਗੱਲ ਆ ਵੀ ਦੁਕਾਨਦਾਰ ਨੇ ਪਿਆਰ 'ਚ ਦੇਤਾ, ਉਹ ਵੱਖਰੀ ਗੱਲ ਆ। ਪਰ ਇੱਕ ਸਾਡੀ ਭਾਵਨਾ, ਲਾਲਚੀ ਭਾਵਨਾ ਵੀ ਜਿੰਨਾ ਤੋਲਿਆ ਉਹ ਤਾਂ ਲਿਫਾਫੇ 'ਚ ਪੈਕ ਕਰਾ ਲਿਆ ਨਾ, ਬਾਕੀ ਉਦੋਂ ਠੁੰਗਾ ਮਾਰੀ ਜਾਣੀਆਂ, ਉਹ ਲਾਲਚੀ ਵਰਤੀ ਹੈਗੀ। ਇੱਥੋਂ ਤੱਕ ਵੀ ਸਾਡੀ ਵਿਰਤੀ ਹੈ ਜਿਹੜੀ ਨਾ, ਉਹ ਲਾਲਚੀ ਆ। ਉੱਦਾਂ ਬੰਦਾ ਇਮਾਨਦਾਰੀ ਦਿਖਾਉਂਦਾ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਦਿਖਾਉਂਦਾ। ਮੈਂ ਵੀ ਇਮਾਨਦਾਰ ਦਿਖਾਉਣਾ ਕਿ ਮੈਂ ਵੀ ਬਹੁਤ ਇਮਾਨਦਾਰ ਹਾਂ ਭਾਈ, ਸਾਰੀ ਦਿਖਾਉਣੇ ਆਪਾਂ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਤਾਂ ਬਿਰਲੇ ਬਿਰਲਿਆਂ ਦੀ ਭਾਈ ਤ੍ਰਿਸ਼ਨਾ ਬੁਝਦੀ ਆ, ਹਰੇਕ ਦੀ ਨਹੀਂ ਬੁਝਦੀ ਗੀ। ਜੇ ਹਰੇਕ ਦੀ ਤ੍ਰਿਸ਼ਨਾ ਬੁਝੇ ਨਾ, ਫਿਰ ਤਾਂ ਸਾਰੀ ਦੁਨੀਆ ਹੀ ਸੌਖੀ ਹੋ ਜੇ। ਮੰਨ ਲਓ ਵੀ ਅੱਜ ਬੰਦੇ ਦੇ ਦੁੱਖਾਂ ਦਾ ਕਾਰਨ ਬੰਦੇ ਦੀ ਭੁੱਖ ਆ, ਦੁੱਖਾਂ ਦਾ ਕਾਰਨ ਤ੍ਰਿਸ਼ਨਾ, ਦੁੱਖਾਂ ਦਾ ਕਾਰਨ ਸਾਡੇ ਅੰਦਰ ਦੀ ਲਾਲਚੀ ਵਰਤੀ ਹੈਗੀ। ਤਾਈਓ ਗੁਰੂ ਸਾਹਿਬ ਨੇ ਕਿਹਾ ਸੁੱਖ ਲੈਣਾ ਨਾ, ਅਸੀਂ ਕਹਿ ਦਿੱਤਾ ਹਾਂ। ਜੇ ਸੁੱਖ ਲੈਣਾ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ 'ਚ ਸੁੱਖ ਨੇ, ਸੁੱਖ ਹੀ ਸੁੱਖ। ਜਿਵੇਂ ਦੁਕਾਨਾਂ ਤੇ ਲਿਖਿਆ ਨਾ, ਪੱਗਾਂ ਹੀ ਪੱਗਾਂ, ਚੁੰਨੀਆਂ ਹੀ ਚੁੰਨੀਆਂ।
इदां लिखिया है, कोई ना कोई हिंट दिता गा भी इत्थे फलानी चीज़ आम मिलती है भाई। तो गुरु नानक पातशाह के दरबार के गेट ते भी लिख के की लग्या होना चाहिए, सुख ही सुख, जिन्ने मर्जी ले जा, बिल्कुल फ्री। करना की आ, संतोखी बनना। संतोखी बन जा, सुख ही सुख मिलणगे। जे संतोख नहीं है तो असी सुखी नहीं हो सकांगे। ठीक है ना। फिर पातशाह ने की लिखेगा, शांत पाई गुर सतगुर पूरे, सुख उपजे बाजे अनहद तूरे। ਜਦੋਂ ਸੰਤੋਖੀ ਬਣ ਗਏ ਨਾ, ਸੁੱਖ ਪੈਦਾ ਹੋ ਗਿਆ, ਫਿਰ ਸਾਡੇ ਅੰਦਰ ਅਨਹਦ ਤੂਰਾ ਵੱਜਣਾ ਸ਼ੁਰੂ ਹੋ ਜਾਂਦਾ। ਅਨਹਦ ਤੂਰਾ ਤੋਂ ਭਾਵ ਕੀ ਆ? ਗਿਆਨ ਦੀ ਘੰਟੀ ਖੜਕਣ ਲੱਗ ਜਾਂਦੀ ਆ। ਸਮਝ ਗਏ ਨਾ। ਅਨਹਦ ਤੂਰੇ ਤੋਂ ਭਾਵ ਕੀ ਆ? ਗਿਆਨ ਦੀ ਘੰਟੀ ਉਹ ਖੜਕਦੀ ਹੈ, ਵੈਲ ਖੜਕਦੀ ਹੈ ਗਿਆਨ ਦੀ। ਜਦੋਂ ਵੀ ਸਾਡੇ ਜੀਵਨ 'ਚ ਕਿਤੇ ਵੀ ਤ੍ਰਿਸ਼ਨਾ ਵੱਧਦੀ ਹੈ, ਲੋਭੀ ਵਿਰਤੀ ਵੱਧਦੀ ਹੈ, ਹਾਵੀ ਹੁੰਦੀ ਆ, ਲਾਲਚੀ ਵਿਰਤੀ ਹਾਵੀ ਹੁੰਦੀ ਆ, ਤਾਂ ਗਿਆਨ ਦੀ ਘੰਟੀ ਵੱਜ ਪੈਂਦੀ ਆ, ਉਹ ਰੋਕ ਦਿੰਦੀ ਆ, ਨਾ ਇਹ ਕੰਮ ਨਹੀਂ ਕਰਨਾ। ਗਿਆਨ ਦੀ ਘੰਟੀ ਵੱਜ ਪਈ। ਜਦੋਂ ਕਦੇ ਸਾਡੇ ਅੰਦਰ ਚੋਰੀ ਕਰਨ ਦੀ ਭਾਵਨਾ ਬਣੀ, ਗਿਆਨ ਦੀ ਘੰਟੀ ਵੱਜ ਪਈ, ਉਹ ਜਿਹੜੀ ਗਿਆਨ ਦੀ ਘੰਟੀ ਵੱਜਦੀ ਹੈ ਨਾ, ਉਹਨੂੰ ਗੁਰਬਾਣੀ ਨੇ ਅਨਹਦ ਤੂਰਾ ਕਿਹਾਗਾ। ਤੇ ਨਹੀਂ ਮੁਆਫ ਕਰਨਾ, ਤੁਸੀਂ ਸਾਰੇ ਸਿਆਣੇ ਹੋ, ਸੂਝਵਾਨ ਹੋ, ਗੁਰੂ ਦੀ ਕੱਲੀ ਕੱਲੀ ਗੱਲ ਨੂੰ ਸਮਝਦੇ ਹੋ, ਰੋਜ਼ ਦਾ ਤੁਹਾਡਾ ਅਭਿਆਸ ਆ। ਪਰ ਨਹੀਂ, ਸਾਡੇ ਸੰਸਾਰ ਵਿੱਚ ਨਾ ਸਾਡੇ ਬਾਬਿਆਂ ਨੇ ਪਤਾ ਕੀ ਕਿਹਾਗਾ? ਸਾਨੂੰ ਮੂਰਖ ਬਣਾਤਾ। ਕਹਿੰਦੇ ਤੁਹਾਨੂੰ ਨਾ ਅੰਦਰੋਂ ਕਹਿੰਦੇ ਇੱਕ ਟੀ ਟੀ ਦੀ ਆਵਾਜ਼ ਆਊਗੀ, ਇਦਾਂ ਆਵਾਜ਼ ਆਊ ਕਹਿੰਦੇ ਕੋਈ। ਤੇ ਉਹ ਕੀ ਹੁੰਦਾ? ਕਹਿੰਦੇ ਉਹ ਹੁੰਦਾ ਅਨਹਦ ਤੂਰਾ, ਨਾ ਗੱਪ ਆ। ਇਦਾਂ ਟੀ ਟੀ ਦੀ ਆਵਾਜ਼ ਨਾ ਆਈ ਆ ਨਾ ਆਵੇ, ਚਾਹੇ 4 ਘੰਟੇ ਬੈਠੇ ਰਹੋ, 10 ਘੰਟੇ ਬੈਠੇ ਰਹੋ, ਚਾਹੇ 24 ਘੰਟੇ ਬੈਠੇ ਰਹੋ, ਬਸ ਅਨਹਦ ਤੂਰਾ ਕੀ ਆ? ਟੀ ਟੀ ਦੀ ਆਵਾਜ਼ ਨਹੀਂ, ਅਨਹਦ ਤੂਰਾ ਗਿਆਨ ਹੈ। ਗਿਆਨ ਨੇ ਰਿਸ਼ਵਤ ਲੈਣੋਂ ਰੋਕਤਾ। ਅਨਹਦ ਤੂਰਾ ਨਾ, ਗਿਆਨ ਨੇ ਮਾੜੇ ਕੰਮ ਕਰਨ ਤੋਂ ਰੋਕਤਾ, ਉਹਨੂੰ ਕਹਿੰਦੇ ਨੇ ਅਨਹਦ ਤੂਰਾ। ਮੰਨ ਲਓ ਦੁੱਧ ਕਿਸੇ ਗਰੀਬ ਨੂੰ ਦੇਣਾ ਸੀ, ਕਿਲੋ 2 ਕਿਲੋ, ਉਦਾਹਰਨ ਹੈ ਇੱਕ ਸਮਝਣ ਵਾਸਤੇ। ਅੱਧਾ ਕਿਲੋ ਦੁੱਧ ਆ ਤੇ ਅੱਧਾ ਕਿਲੋ ਵਿੱਚ ਪਾਣੀ ਆ। ਪਾਣੀ ਪਾਤਾ ਨਾ, ਉੱਥੇ ਭਾਵੇਂ 4 ਘੰਟੇ ਨਾਮ ਜਪੀਏ ਤੇ ਭਾਵੇਂ 8 ਘੰਟੇ, ਭਾਵੇਂ 24 ਘੰਟੇ ਨਾਮ ਜਪੀਏ, ਕਹੀਏ ਵੀ ਅਸੀਂ ਨਾਮ ਦੇ ਪੁਜਾਰੀ ਆ, ਨਾਮ ਜਪਦੇ ਆ, ਤਾਂ ਪਰ ਸਾਡਾ ਨਾਮ ਜਪਿਆ ਕਿਸੇ ਲੇਖੇ ਨਹੀਂ ਹੈ। ਕਿਉਂ ਨਹੀਂ ਲਿਖੇ ਹੈ? ਕਿਉਂਕਿ ਕਿਸੇ ਦੇ ਬੱਚਿਆਂ ਲਈ ਅਸੀਂ ਪਾਣੀ ਹੀ ਵੇਚਿਆ, ਦੁੱਧ ਨਹੀਂ ਵੇਚਿਆ ਹੈਗਾ। ਦੁੱਧ ਨਹੀਂ ਵੇਚਿਆ, ਕਿਸੇ ਦੇ ਬੱਚਿਆਂ ਲਈ ਪਾਣੀ ਹੀ ਵੇਚਿਆ ਹੈਗਾ। ਤੇ ਸੋਚ ਕੇ ਦੇਖੋ, ਜੇ ਹੁਣ ਗਿਆਨ ਦਾ ਤੂਰਾ ਅੰਦਰ ਵੱਜਿਆ ਹੁੰਦਾ ਤਾਂ ਗਿਆਨ ਦੇ ਤੂਰੇ ਨੇ ਕੀ ਆਵਾਜ਼ ਦੇਣੀ ਸੀ? ਨਹੀਂ ਭਾਈ, ਅਗਲੇ ਨੇ ਮਸਾਂ ਮਿਹਨਤ ਕਰਕੇ 4 ਪੈਸੇ ਤੈਨੂੰ ਦੇਣੇ ਨੇ, ਤੇ ਅਗਲੇ ਨੂੰ ਵਸਤੂ ਨਾ ਖਰੀਦੇ। ਖਰੀਦੇ ਰੁਪਈਆ ਭਾਵੇਂ ਵੱਧ ਲੈ ਲਾ, ਵੀ ਇੰਨੇ ਰੁਪਈਆ ਦੇ ਦਊਂ, ਉਹ ਵੱਖਰੀ ਗੱਲ ਆ ਵੀ ਮੈਂ ਤਾਂ ਰੇਟ ਵੱਧ ਕੇ ਲਊਂਗਾ ਭਾਈ, ਮੇਰੀ ਚੀਜ਼ ਖਰੀ ਹੋਊਗੀ। ਕੱਲ ਨੂੰ ਤੇਰੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਹੀਂ ਹੋਊਗਾ, ਨਾ ਤੇਰੇ ਬੱਚਿਆਂ ਦੇ ਸਿਹਤ ਨਾਲ ਖਲਵਾੜ ਹੋਵੇਗਾ। ਹੁਣ ਉੱਥੇ ਗਿਆਨ ਦੇ ਤੂਰੇ ਨੇ ਭਾਵ ਕੀ ਸਾਨੂੰ ਸਮਝਾ ਦਿੱਤਾ? ਖਰਾ ਬਣ ਜਾ ਤੇ ਖਰਾ ਸੌਦਾ ਵੇਚ। ਗਿਆਨ ਦੇ ਤੂਰੇ ਨੇ ਆਹ ਗੱਲ ਸਮਝਾ ਦਿੱਤੀ। ਤੇ ਉਦਾਂ ਟੀ ਟੀ ਦੀਆਂ ਆਵਾਜ਼ਾਂ ਨਾ ਆਈਆਂ ਨਾ ਆਉਣੀਆਂ ਨੇ। ਤੇ ਹੁਣ ਤੁਸੀਂ ਮੇਰੇ ਖਿਆਲ ਮੁਤਾਬਕ ਸਮਝ ਗਏ ਹੋਵੋਗੇ, ਜਿਵੇਂ ਆਪਾਂ ਆਨੰਦ ਸਾਹਿਬ ਦੇ ਵਿੱਚ ਵੀ ਰੋਜ਼ ਪੜ੍ਹਦੇ ਹਾਂ, ਬਾਜੇ ਅਨਹਦ ਤੂਰੇ, ਉਹਦਾ ਮਤਲਬ ਸਾਡੇ ਅੰਦਰ ਗਿਆਨ ਦੀ ਘੰਟੀ ਖੜਕਣੀ ਸ਼ੁਰੂ ਹੋ ਗਈ ਭਾਈ। ਹੁਣ ਪਹਿਲੀ ਪੰਕਤੀ ਦੀ ਆਪਾਂ ਵਿਚਾਰ ਕੀਤੀ ਆ, ਸ਼ਾਂਤ ਪਾਈ ਠੰਡ ਪਾਈ ਗੁਰ ਸਤਗੁਰ ਪੂਰੇ, ਪੂਰੇ ਗੁਰੂ ਦੀ ਕਿਰਪਾ ਸਦਕਾ ਮੈਨੂੰ ਠੰਡ ਮਿਲ ਗਈ, ਆਤਮਕ ਆਨੰਦ ਮਿਲ ਗਿਆ। ਫਿਰ ਅੱਗੇ ਸੁੱਖ ਉਪਜੇ ਬਾਜੇ ਅਨਹਦ ਤੂਰੇ। ਗੁਰੂ ਕੋਲੇ ਸੁੱਖ ਹੀ ਸੁੱਖ ਨੇ। ਤੇ ਜਦੋਂ ਮੈਂ ਆਇਆ ਨਾ, ਗੁਰੂ ਨੇ ਮੇਰੀ ਝੋਲੀ 'ਚ ਸੁੱਖ ਪਾਤੇ। ਤੇ ਸੁੱਖ ਪਾਉਣ ਤੋਂ ਪਹਿਲਾਂ ਗੱਲ ਕਹਿ ਦਿੱਤੀ ਸੀ, ਸੰਤੋਖੀ ਬਣ ਜਾ। ਜੇ ਤੇਰੇ ਜੀਵਨ 'ਚ ਸੰਤੋਖ ਆ ਨਾ, ਤਾਂ ਤੂੰ ਸੁਖੀ ਆ। ਜੇ ਸੰਤੋਖ ਨਹੀਂ ਹੈ, ਫਿਰ ਤੂੰ ਸੁਖੀ ਨਹੀਂ ਹੈ। ਅੱਜ ਸੰਤੋਖ ਜਿਹਦੇ ਕੋਲੇ ਨਹੀਂ ਹੈ, ਉਹ ਖੁਦ ਆਪ ਵੀ ਮੱਚ ਰਿਹਾ ਤੇ ਹੋਰਾਂ ਨੂੰ ਵੀ ਮਚਾ ਰਿਹਾ ਹੈਗਾ। ਬਸ ਇੰਨਾ ਪੱਖਾ ਤੁਸੀਂ ਅੱਗੇ ਆਪ ਹੀ ਗਾਹਾਂ ਉਦਾਹਰਨਾਂ ਜੋੜੀ ਚੱਲਿਓ। ਕਿਹਦੇ ਬੰਨੀ ਮਰਜ਼ੀ ਨਿਗਾਹ ਮਾਰ ਲਓ, ਮੁਕੇਸ਼ ਅੰਬਾਨੀ ਵਾ, ਟਾਟੇ ਬਿਰਲੇ ਬੰਨੀ, ਜਿਹਦੇ ਮਰਜ਼ੀ ਵੱਲ ਨਿਗਾਹ ਮਾਰ ਲਓ, ਸਭ ਦੁਖੀ ਨੇ। ਸਭ ਹੀ ਦੁਖੀ ਹੈ ਨਾ। ਕਿਉਂ? ਕਿਉਂਕਿ ਅੰਦਰ ਭੁੱਖ ਪੈਦਾ ਹੋ ਗਈ। 2 ਪੁਆਇੰਟ ਆਪਾਂ ਇੱਥੇ ਗੁਰੂ ਪਾਤਸ਼ਾਹ ਤੋਂ ਪੁੱਛੇ ਨੇ। ਸੁੱਖ ਦੀ ਮਾਂ ਦਾ ਨਾਂ ਕੀ ਆ? ਸੁੱਖ ਦੀ ਮਾਂ ਦਾ ਨਾਮ ਅੰਦਰ ਦੀ ਤ੍ਰਿਪਤੀ। ਸੁੱਖ ਦਾ ਜਨਮ ਸੰਤੋਖ ਵਿੱਚੋਂ ਹੁੰਦਾ ਗਾ।
ਤੇ ਦੁੱਖ ਦਾ ਜਨਮ ਭੁੱਖ ਵਿੱਚੋਂ ਹੁੰਦਾ। ਜੇ ਕੋਈ ਪੁੱਛੇ ਵੀ ਦੁੱਖ ਕਿੱਥੋਂ ਪੈਦਾ ਹੁੰਦਾਗਾ, ਭੁੱਖ ਚੋਂ। ਭੁੱਖ 'ਚ ਹੀ ਪੈਦਾ ਹੁੰਦਾ ਨਾ। ਹੁਣ ਅੱਜ ਦੇ ਸਮੇਂ 'ਚ ਦੇਖ ਲਓ, ਇੱਕ ਤਾਂ ਲੋਕਾਂ ਦੀ ਕੰਡੀਸ਼ਨ ਉੱਦਾਂ ਡਾਊਨ ਆ, ਤੇ ਇੱਕ ਉੱਤੋਂ ਆਪਾਂ ਨੂੰ ਪਤਾ ਰਲੀ ਮਿਲੀ ਭੁਗਤ ਦੇ ਅਨੁਸਾਰ ਡਾਕਟਰ ਕਿਵੇਂ ਲੋਕਾਂ ਦੀ ਲੁੱਟ ਕਰ ਰਹੇ ਨੇ। ਅੰਦਰੋਂ ਭੁੱਖੇ ਨੇ, ਉੱਦਾਂ ਤਾਂ ਬਹੁਤ ਰੱਜੇ ਪਏ ਨੇ ਉਹ। ਬਾਹਰੀ ਤੌਰ ਤੇ ਤਾਂ ਉਹਨੇ ਮਹਿਲ, ਗੱਡੀਆਂ, ਉਹਨਾਂ ਕੋਲ ਪ੍ਰੋਪਰਟੀ ਕਿੰਨੀ ਕਾ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਪਰ ਅੰਦਰੋਂ ਭੁੱਖੇ ਨੇ ਵਿਚਾਰੇ। ਅੰਦਰ ਦੀ ਭੁੱਖ ਉਹਨਾਂ ਨੂੰ ਦੁੱਖਾਂ 'ਚ ਫਸਾਈ ਬੈਠੀ ਹੈ, ਉਹਨਾਂ ਨੂੰ ਚੱਕਰ 'ਚ ਪਾਈ ਬੈਠੀ ਹੈਗੀ। ਦੁੱਖ ਦਾ ਜਨਮ ਭੁੱਖ 'ਚੋਂ ਆ, ਤੇ ਸੁੱਖ ਦਾ ਜਨਮ ਤ੍ਰਿਪਤੀ ਵਿੱਚੋਂ ਹੈ। ਗੁਰੂ ਬਖਸ਼ਿਸ਼ ਕਰੇ, ਇਹਨੂੰ ਆਪਾਂ ਨੋਟ ਕਰਨਾ ਗਾ। ਅਗਲੇ ਬੰਦ ਵਿੱਚ ਗੁਰੂ ਪਾਤਸ਼ਾਹ ਜ਼ਿਕਰ ਕਰਦੇ ਨੇ ਤਾਪ, ਪਾਪ, ਸੰਤਾਪ, ਬਨਾਸੇ। ਬਨਾਸੇ ਤੋਂ ਭਾਵ ਖਤਮ ਕਰਨਾ, ਬਿਲਕੁਲ ਡੈਡ ਕਰ ਦੇਣਾ, ਜ਼ੀਰੋ ਕਰ ਦੇਣਾ। ਲਿਖਿਆ ਕੀ ਆ? ਤਾਪ, ਤੇ ਅੱਗੇ ਲਿਖਿਆ ਪਾਪ। ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਨੇ ਨਾ ਮੇਰੀ ਜ਼ਿੰਦਗੀ ਚੋਂ, ਮੇਰੇ ਜੀਵਨ ਚੋਂ ਨਾ ਦੁੱਖ ਖਤਮ ਕਰ ਦਿੱਤੇ। ਤਾਪ, ਤਾਪ ਤੋਂ ਭਾਵ ਦੁੱਖ, ਤੇ ਪਾਪ ਖਤਮ ਕਰ ਦਿੱਤੇ ਵਾਹਿਗੁਰੂ ਜੀ ਨੇ ਮੇਰੀ ਜ਼ਿੰਦਗੀ ਚੋਂ। ਪਾਪ, ਪਾਪ ਕੀ ਸੀ? ਬਕਾਰ। ਤੇ ਸੰਤਾਪ, ਸੰਤਾਪ ਦਾ ਅਰਥ ਹੁੰਦਾ ਕਲੇਸ਼। ਤੇ ਹੁਣ ਆਪਾਂ ਥੋੜੀ ਜਿਹੀ ਨਜ਼ਰ ਮਾਰ ਕੇ ਵੇਖੋ, ਦੁਨੀਆ ਦੇ ਵਿੱਚ ਜਿੰਨੇ ਕਲੇਸ਼ ਨੇ, ਸਾਰੇ ਕਲੇਸ਼ਾਂ ਦੀ ਜੜ ਲਾਲਚੀ ਹੈ। ਬਸ ਸਾਰੇ ਕਲੇਸ਼ਾਂ ਦੀ ਜੜ ਕੀ ਆ? ਅੰਦਰ ਦੀ ਭੁੱਖ। ਇਹੀ ਲਾਲਚ ਆ ਨਾ। ਮੰਨ ਲਓ ਸਾਡੀਆਂ ਫੌਜਾਂ ਲੜਦੀਆਂ ਨੇ, ਉਦਾਹਰਨਾਂ ਪਿੱਛੇ ਜੇ ਲੜਾਈ ਹੋਈ ਆ, ਚੀਨ ਵਾਲੇ ਸਾਡੇ ਕੰਨੀ ਚੜ ਕੇ ਆ ਗਏ, ਸਾਡੇ ਵਾਲੇ ਉਧਰ ਨੂੰ ਚੜ ਕੇ ਵਾਗੇ। ਇੱਕ ਪੱਖ ਆ ਨਾ, ਅਸੀਂ ਤੁਹਾਡੀ ਧਰਤੀ ਤੇ ਕਬਜ਼ਾ ਕਰਾਂਗੇ, ਤੁਸੀਂ ਸਾਡੀ ਧਰਤੀ ਤੇ ਕਬਜ਼ਾ ਕਰੋਗੇ। ਲੜਾਈ ਹੋਗੀ ਦੋਨੇ ਤਰ੍ਹਾਂ ਦੀ। ਪਾਕਿਸਤਾਨ ਨਾਲ ਲੜੋ, ਕਿਸੇ ਨੇ ਲਾ ਲਓ, ਦੋ ਤਰ੍ਹਾਂ ਦੀ ਆਪਸੀ ਲੜਾਈ। ਅੱਛਾ, ਮਿਲੂ ਕੀ? ਸੋਚਣ ਵਾਲੀ ਗੱਲ ਆ। ਜੇ ਸਿਆਣਾ ਬੰਦਾ ਸਮਝ ਹੋਵੇ ਨਾ ਵੀ ਕਿਉਂ ਲੜੀ ਜਾਂਦੇ ਹੋ ਤੁਸੀਂ, ਕਾਹਦੇ ਕਰਕੇ? ਮਿੱਟੀ ਕਰਕੇ ਲੜਦੇ ਆ ਨਾ। ਤੇ ਮਿੱਟੀ ਦੇ ਅੰਕੜੇ ਸਾਡੇ ਇਤਿਹਾਸਕ ਸਰੋਤਾਂ ਵਿੱਚੋਂ ਮਿਲਦੇ ਆ। ਦੁਨੀਆ ਦੀ ਲੜਾਈ ਜਰ ਜੋਰੂ ਜ਼ਮੀਨ ਕਰਕੇ ਆ। ਜਰ ਪੈਸਾ, ਜੋਰੂ ਔਰਤ, ਤੇ ਜ਼ਮੀਨ ਧਰਤੀ। ਇਹ ਤਿੰਨ ਪੱਖਾਂ ਤੇ ਮਨੁੱਖਤਾ ਦੀ ਜਿਹੜੀ ਲੜਾਈ ਆ ਉਹ ਚੱਲ ਰਹੀ ਆ। ਚਾਹੇ ਉਹ ਇੱਕ ਪਰਿਵਾਰ ਦੀ ਲੜਾਈ ਆ, ਚਾਹੇ ਇੱਕ ਪਿੰਡ ਦੀ ਲੜਾਈ ਆ, ਚਾਹੇ ਇੱਕ ਦੇਸ਼ ਦੀ ਦੂਸਰੇ ਦੇਸ਼ ਨਾਲ ਲੜਾਈ ਆ, ਕਿਸੇ ਤਰ੍ਹਾਂ ਦੀ ਲੜਾਈ ਹੈਗੀ। ਮਤਲਬ ਜਰ ਜੋਰੂ ਜ਼ਮੀਨ ਕਰਕੇ। ਤੇ ਹੁਣ ਇੱਥੇ ਪਾਤਸ਼ਾਹ ਨੇ ਕੀ ਕਿਹਾਗਾ? ਉਹ ਵਾਹਿਗੁਰੂ ਜੀ ਨੇ ਸਾਡੇ ਭਾਈ ਤਾਪ, ਪਾਪ ਤੇ ਸੰਤਾਪ ਕੱਟਤੇ। ਹੁਣ ਦੁਬਾਰਾ ਫਿਰ ਇਸ ਗੱਲ ਨੂੰ ਮੈਂ ਦੁਬਾਰਾ ਰਿਪੀਟ ਕਰਾਂ। ਤਾਪ ਦਾ ਅਰਥ ਸਰੀਰਕ ਦੁੱਖ, ਪਾਪ ਦਾ ਅਰਥ ਵਿਕਾਰੀ ਭਾਵਨਾ, ਤੇ ਸੰਤਾਪ ਦਾ ਅਰਥ ਕਲੇਸ਼। ਹੁਣ ਮੇਰੀ ਜ਼ਿੰਦਗੀ 'ਚ ਨਾ ਤਾਂ ਸਰੀਰਕ ਦੁੱਖ ਹੀ ਰਿਹਾ ਕੋਈ, ਤੇ ਨਾ ਹੀ ਮੇਰੀ ਜ਼ਿੰਦਗੀ 'ਚ ਵਿਕਾਰੀ ਭਾਵਨਾ ਕੋਈ, ਤੇ ਨਾ ਹੀ ਮੇਰੀ ਜ਼ਿੰਦਗੀ 'ਚ ਕਲੇਸ਼ ਰਿਹਾ। ਕਲੇਸ਼ ਮੁੱਕ ਗਏ। ਕਲੇਸ਼ ਮੁੱਕ ਗਏ ਨਾ। ਹੁਣ ਜੇ ਨਿਗਾਹ ਮਾਰ ਗਈ ਤਾਂ ਕਲੇਸ਼ ਕਿਉਂ ਨੇ ਉਹ ਆਪਾਂ ਸਾਰਾ ਸਮਝ ਗਏ। ਜਰ ਜੋਰੂ ਜ਼ਮੀਨ ਕਰਕੇ। ਧਾਰਮਿਕ ਸਥਾਨਾਂ ਤੇ ਲੜਾਈਆਂ ਨੇ। ਮੰਦਿਰ 'ਚ ਵਗ ਜਾਓ, ਮਸੀਤ 'ਚ ਵਗ ਜਾਓ, ਗਿਰਜਾ ਘਰ 'ਚ ਵਗ ਜਾਓ, ਗੁਰਦੁਆਰੇ 'ਚ ਵਗ ਜਾਓ, ਲੜਾਈਆਂ ਚੱਲ ਰਹੀਆਂ ਨੇ। ਕਿਉਂ ਲੜਾਈਆਂ ਨੇਗੀਆਂ? ਜਰ ਜੋਰੂ ਜ਼ਮੀਨ। ਬਸ ਇੰਨਾ ਪੱਖ ਦੇਖਣਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਵੀ ਉਹ ਵਾਹਿਗੁਰੂ ਜੀ ਨੇ ਮੇਰੀ ਜ਼ਿੰਦਗੀ 'ਚੋਂ ਭਾਈ ਇਹ ਤਿੰਨੇ ਤਾਪ ਹੀ ਖਤਮ ਕਰ ਦਿੱਤੇ। ਆਪਾਂ ਰੋਜ਼ ਪੜ੍ਹਦੇ ਵੀ ਨਾ, ਤੀਨੇ ਤਾਪ ਨਿਵਾਰਨ ਹਾਰਾ। ਉਹ ਤਿੰਨ ਤਾਪ ਕਿਹੜੇ ਨੇ? ਆਦ, ਵਿਆਦ ਤੇ ਉਪਾਦ। ਉਹਨਾਂ ਤਿੰਨਾਂ ਦਾ ਇੱਥੇ ਜ਼ਿਕਰ ਕੀਤਾ ਪਿਆ। ਸਰੀਰਕ, ਵਿਕਾਰੀ ਭਾਵਨਾ ਤੇ ਕਲੇਸ਼ੀ ਭਾਵਨਾ। ਇਹ ਤਿੰਨੇ ਭਾਵਨਾਵਾਂ ਨੂੰ ਗੁਰੂ ਕੱਟ ਦਿੰਦਾ, ਖਤਮ ਕਰ ਦਿੰਦਾ ਗਾ। ਡਾਕਟਰ ਦੁਨੀਆ ਵਿੱਚ ਬੜੇ ਨੇ, ਸਰੀਰ ਦੀ ਦਵਾਈ ਡਾਕਟਰ ਦਿੰਦਾ, ਪਰ ਚੇਤਾ ਰੱਖਿਓ ਪਾਪੀ ਬਿਰਤੀ ਦੀ ਦਵਾਈ ਡਾਕਟਰ ਨਹੀਂ ਦਿੰਦਾ ਗਾ। ਦੁਨੀਆ 'ਚ ਡਾਕਟਰ ਬਹੁਤ ਨੇਗੇ, ਤੇ ਆਪਾਂ ਜਾ ਵੜ ਗਏ ਨਾ ਵੀ ਦੋ ਭਰਾ ਦੋਨੇ ਵਗ ਜਾਣ, ਦੋਨੇ ਲੜਦੇ ਨੇ, ਤੇ ਦੋਨੇ ਜਾ ਕੇ ਡਾਕਟਰ ਨੂੰ ਕਹਿਣ ਵੀ ਸਾਨੂੰ ਕੋਈ ਵਧੀਆ ਜੀ ਦਵਾਈ ਦਿਓ, ਬੋਤਲਾਂ ਬਾਤਲਾਂ ਲਾਓ ਸਾਡੇ, ਕੋਈ ਟੀਕੇ ਟਾਕੇ ਲਾਓ ਕੋਈ ਵਧੀਆ ਜੇ, ਅਸੀਂ ਲੜਦੇ ਬਹੁਤ ਆ, ਸਾਡੀ ਲੜਾਈ ਮਿਟ ਜੇ। ਡਾਕਟਰ ਹੱਸ ਪਊ ਵੀ ਕਮਲਿਓ ਮੈਂ ਸਰੀਰ ਦੇ ਦੁੱਖਾਂ ਦੀ ਦਵਾਈ ਦਿੰਨਾ, ਨਾ ਕਿ ਲੜਾਈ ਦੀ ਦਵਾਈ ਦਿੰਨਾ। ਚਲੋ ਗੁਰੂ ਨੇ ਸਰੀਰਕ ਇਲਾਜ ਵੀ ਕੀਤਾ, ਸਾਨੂੰ ਸਮਝਾ ਦਿੱਤਾ, ਤੇ ਗੁਰੂ ਨੇ ਸਾਡੇ ਜੀਵਨ ਦੇ ਵਿੱਚ ਕਾਹਦੀ ਦਵਾਈ ਦਿੱਤੀ ਆ? ਸਾਡੀ ਜ਼ਿੰਦਗੀ ਚੋਂ ਕਲੇਸ਼ ਮੁਕਾਉਣ ਦੀ ਦਵਾਈ ਵੀ ਦਿੱਤੀ ਆ, ਵੀ ਤੇਰੀ ਜ਼ਿੰਦਗੀ ਚੋਂ ਕਲੇਸ਼ ਮੁੱਕ ਜਾਣ। ਪਰ ਮੁੱਕੇ ਨਹੀਂ, ਕਿਉਂ? ਇਹ ਸਵਾਲ ਖੜਾ। ਆਪਾਂ ਬਹੁਤ ਵਾਰੀ ਇਸ਼ਾਰਾ ਕੀਤਾ, ਕੇਵਲ ਇੱਥੋਂ ਆਹ ਸਟੇਜ ਤੋਂ ਤੁਸੀਂ ਨਹੀਂ ਸੁਣਿਆ ਹੋਣਾ, ਬੜੀਆਂ ਸਟੇਜਾਂ ਤੋਂ ਸੁਣਿਆ ਹੋਣਾ। ਦਸ਼ਮੇਸ਼ ਪਿਤਾ ਦੇ ਜੀਵਨ 'ਚ ਸੰਘਰਸ਼ ਰਿਹਾ,
ਲੜਾਈ ਰਹੀ ਆ, ਪਰ ਜਰ ਜੋਰੂ ਜ਼ਮੀਨ ਕਰਕੇ ਲੜਾਈ ਨਹੀਂ। ਉਹ ਜਿਹੜੀ ਲੜਾਈ ਸੀ ਨਾ, ਉਹ ਸੱਚ ਤੇ ਝੂਠ ਦੀ ਲੜਾਈ ਸੀ। ਝੂਠ ਸੱਚ ਨੂੰ ਦੱਬਣਾ ਚਾਹੁੰਦਾ ਸੀ ਤੇ ਸੱਚ ਇਸ਼ਾਰਾ ਕਰ ਰਿਹਾ ਸੀ ਵੀ ਇਉਂ ਨਹੀਂ ਤੂੰ ਦੱਬ ਸਕਦਾ ਸਾਨੂੰ। ਉੱਥੇ ਸੱਚ ਤੇ ਝੂਠ ਦੀ ਲੜਾਈ ਆ, ਉੱਥੇ ਜਰ ਜੋਰੂ ਜ਼ਮੀਨ ਕਰਕੇ ਲੜਾਈ ਨਹੀਂ ਹੈ। ਨੰਬਰ 2 ਤੇ ਗੁਰੂ ਨੇ ਕਦੇ ਲੜਾਈ ਨੂੰ ਆਪਣੀ ਚਾਰ ਦੁਆਰੀ ਦੇ ਅੰਦਰਲੇ ਬੰਨੇ ਟੱਪਣ ਨਹੀਂ ਦਿੱਤਾ। ਇਹ ਗੁਰੂ ਦਾ ਨਿਯਮ ਰਿਹਾ। ਚਾਹੇ ਗੁਰੂ ਨਾਨਕ ਸਾਹਿਬ ਦਾ ਜੀਵਨ ਆ, ਚਾਹੇ ਗੁਰੂ ਅੰਗਦ ਸਾਹਿਬ ਦਾ, ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਚਾਹੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਪਰ ਅੱਜ ਲੜਾਈ ਹੈ ਜਿਹੜੀ, ਉਹ ਸੱਚ ਤੇ ਝੂਠ ਦੀ ਵੀ ਨਹੀਂ ਰਹੇਗੀ, ਜਰ ਜੋਰੂ ਜ਼ਮੀਨ ਕਰਕੇ ਪੈ ਗਈ ਤੇ ਲੜਾਈ ਅੰਦਰ ਵੀ ਟੱਪਿਆ ਹੀ। ਦੋਨੇ ਗੱਲਾਂ ਤੋਂ ਅਸੀਂ ਭਾਵ ਕੀ ਹੋ ਗਏ, ਪਾਸੇ ਹੋ ਗਏ। ਦੋਨੇ ਗੱਲਾਂ ਤੋਂ ਅਸੀਂ ਮੁਨਕਰ ਹੋ ਗਏ, ਸੱਚ ਤੇ ਝੂਠ ਦੇ ਵਿੱਚੋਂ ਵੀ ਨਿਕਲ ਗਏ ਤੇ ਲੜਾਈ ਬਾਹਰ ਰੱਖਣੀ ਸੀ, ਬਾਹਰ ਦੀ ਬਜਾਏ ਅੰਦਰ ਆ ਗਈ। ਚਲੋ ਗੁਰੂ ਸਾਹਿਬ ਨੇ ਇੱਥੇ ਸਾਨੂੰ ਦੱਸ ਦਿੱਤਾ, ਉਹ ਪਰਮਾਤਮਾ ਕੋਲੇ, ਗੁਰੂ ਕੋਲੇ ਬਹੁਤ ਵੱਡੀ ਸ਼ਕਤੀ ਹੈ। ਉਹ ਤਾਪ, ਪਾਪ, ਸੰਤਾਪ ਖਤਮ ਕਰ ਦਿੰਦਾ ਹੈ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਹਰ ਸਿਮਰਤ ਕਿਲ ਵਿਖ ਨਾਸੇ। ਹਰੀ ਪਰਮਾਤਮਾ ਨੂੰ ਸਿਮਰਦਿਆਂ, ਗਿਆਨ ਪ੍ਰਾਪਤ ਕਰਦਿਆਂ ਸਾਡੀ ਜ਼ਿੰਦਗੀ ਚੋਂ ਭਾਈ ਇਹ ਕਿਲ ਵਿਖ ਖਤਮ ਹੋ ਜਾਂਦੇ ਨੇ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਆਨੰਦ ਕਰਹੋ ਮਿਲ ਸੁੰਦਰ ਨਾਰੀ। ਆਨੰਦ, ਆਨੰਦਮਈ ਜ਼ਿੰਦਗੀ। ਆਨੰਦ ਕਰਹੋ ਮਿਲ, ਮਿਲ ਕੇ, ਕਿਹਨੂੰ ਮਿਲ ਕੇ? ਸੁੰਦਰ ਨਾਰੀ। ਤੇ ਉਹ ਸੁੰਦਰ ਨਾਰੀ ਕੌਣ ਆ? ਸਾਡੀ ਆਤਮਾ। ਹੁਣ ਦੇਖੋ ਅੱਖਰੀ ਅਰਥ ਕੀ ਨੇ? ਸੁੰਦਰ ਨਾਰੀ। ਤੇ ਸਾਡਾ ਧਿਆਨ ਕਿੱਥੇ ਜਾਊਗਾ? ਇੱਕ ਸਰੀਰ ਤੇ ਵਗ ਜੂ ਨਾ, ਸਰੀਰ ਤੇ ਨਹੀਂ ਲੈ ਕੇ ਜਾਣਾ। ਭਾਵ ਧਿਆਨ ਨੂੰ ਜੇ ਭਟਕਦਾ ਨਾ ਤਾਂ ਇਹਨੂੰ ਗੁਰੂ ਕੋਲ ਹੀ ਮੋੜ ਕੇ ਲਿਆਓ। ਦੁਬਾਰਾ ਪੁੱਛ ਲਓ ਵੀ ਪਾਤਸ਼ਾਹ ਸਾਨੂੰ ਸਮਝ ਨਹੀਂ ਆਈ, ਤੂੰ ਸੁੰਦਰ ਨਾਰੀ ਦਾ ਜ਼ਿਕਰ ਕੀਤਾ ਨਾ, ਕਿਹੜੀ ਨਾਰੀ ਦਾ ਜ਼ਿਕਰ ਕੀਤਾ ਤੇ ਕਿਉਂ ਕੀਤਾ, ਉਹਦੇ ਬਾਰੇ ਸਾਨੂੰ ਦੱਸ। ਕਿਉਂਕਿ ਬਾਣੀ 'ਚ ਇਸ਼ਾਰੇ ਕਿਨੇ? ਠਾਕੁਰ ਏਕ ਸਵਾਈ ਨਾਰ। ਸਾਰੀਆਂ ਜੀਵ ਇਸਤਰੀਆਂ ਨੇ, ਸਾਰੀਆਂ ਜੀਵ ਇਸਤਰੀਆਂ ਦਾ ਮਾਲਕ ਪਤੀ ਇੱਕ ਆ, ਇੱਕੋ ਹੀ ਆ ਨਾ। ਉਹ ਕੌਣ ਹੈ? ਪਰਮਾਤਮਾ। ਤੇ ਨਾਰੀਆਂ ਕੌਣ ਨੇ? ਆਤਮਾਵਾਂ। ਸਾਡੀ ਆਤਮਾ ਪਰਮਾਤਮਾ ਦੀ ਨਾਰੀ ਹੈ, ਉਹਦੀ ਭਾਵ ਪਤਨੀ ਹੈ। ਤੇ ਇੱਥੇ ਜ਼ਿਕਰ ਕੀ ਕੀਤਾ? ਆਪਣੀ ਸੁੰਦਰ ਪਤਨੀ ਨਾਲ ਮਿਲ ਕੇ ਤੂੰ ਆਨੰਦਮਈ ਜ਼ਿੰਦਗੀ ਜਿਉ। ਉਹ ਕਿਹੜੀ ਸੀ? ਆਤਮਾ। ਆਤਮਾ ਨਾਲ ਮਿਲ ਕੇ। ਤੇ ਆਤਮਾ ਨਾਲ ਮਿਲਾਪ ਕਿੰਨਾ ਕਿੰਨਾ ਦਾ? ਚਲੋ ਆਪਾਂ ਬਹੁਤੀ ਦੂਰ ਨਹੀਂ ਜਾਣਾ। ਜਿਵੇਂ ਅੱਜ ਦੇ ਸਮੇਂ 'ਚ ਬਹੁਤੇ ਪਰਿਵਾਰ ਨੇ ਆਪਣਾ ਟੈਂਪਰੇਚਰ ਵੇਖਣ ਦੇ ਲਈ ਨਾ, ਆਪਣਾ ਬੁਖਾਰ, ਤਾਪਮਾਨ ਵੇਖਣ ਦੇ ਲਈ ਆਪਣੇ ਘਰ ਦੇ ਵਿੱਚ ਸਾਧਨ ਲਈ ਬੈਠਿਆ। ਕੋਈ ਥਰਮਾਮੀਟਰ, ਕੋਈ ਪੈਮਾਨਾ, ਕੋਈ ਬਲੱਡ ਪ੍ਰੈਸ਼ਰ ਚੈੱਕ ਕਰਨਾ। ਬਹੁਤੇ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਹੀ ਸਾਧਨ ਲਿਆ ਕੇ ਰੱਖ ਲਿਆ। ਉਹਨਾਂ ਨੇ ਕਹਿੰਦੇ ਜਦੋਂ ਲੋੜ ਪਈ ਨਾ ਆਪਣਾ ਆਪ ਹੀ ਚੈੱਕ ਕਰ ਲਵਾਂਗੇ, ਆਪਾਂ ਨੂੰ ਡਾਕਟਰ ਕੋਲੇ ਜਾਣ ਦੀ ਲੋੜ ਹੀ ਨਹੀਂ ਭਾਈ। ਇਦਾਂ ਦਾ ਸਾਧਨ ਬਣ ਗਿਆ ਨਾ। ਗੁਰੂ ਸਾਹਿਬ ਕਹਿੰਦੇ ਦੇਖੋ ਕੰਮ ਸੀ ਡਾਕਟਰ ਦਾ, ਪਰ ਲੈ ਲਿਆ ਉਹ ਅਸੀਂ। ਕਿਉਂ ਲੈ ਲਿਆ? ਕਿਉਂਕਿ ਅਸੀਂ ਸਿਆਣੇ ਹੋ ਗਏ ਵੀ ਚਲੋ ਕੋਈ ਨਾ, ਡਾਕਟਰ ਕੋਲੇ ਕਿੱਥੇ ਜਾਵਾਂਗੇ, ਚੈੱਕ ਆਪਣੇ ਆਪ ਨੂੰ ਕਰ ਲਓ ਤੇ ਦਵਾਈ ਡਾਕਟਰ ਤੋਂ ਆਪਾਂ ਲਿਆਵਾਂਗੇ ਜਿਹੋ ਜੀ ਲੋੜ ਪਈ। ਹੁਣ ਗੁਰੂ ਸਾਹਿਬ ਕਹਿੰਦੇ ਦੇਖ ਪੁੱਤ, ਜਿਵੇਂ ਅੱਜ ਦੀ ਕਹਾਣੀ ਆ ਨਾ ਘਰ ਦੀ, ਤੇ ਇਦਾਂ ਦੀ ਕਹਾਣੀ ਤੂੰ ਆਪਣੇ ਜੀਵਨ 'ਚ ਬਣਾ ਲਾ। ਆਪਣੇ ਆਪ ਨੂੰ ਚੈੱਕ ਕਰ। ਤੇ ਅਸੀਂ ਜਵਾਬ ਦੇਵਾਂਗੇ ਵੀ ਨਾ, ਮੈਂ ਆਪਣੇ ਆਪ ਨੂੰ ਚੈੱਕ ਕਿਵੇਂ ਕਰ ਲੂੰਗਾ? ਗੁਰੂ ਸਾਹਿਬ ਕਹਿੰਦੇ ਜਿਵੇਂ ਆਪਣਾ ਬੁਖਾਰ ਆਪ ਚੈੱਕ ਕੀਤਾ ਨਾ, ਤੂੰ ਹੀ ਚੈੱਕ ਕਰ ਲਾ। ਲੱਛਣਾਂ ਤੋਂ ਪਤਾ ਲੱਗ ਗਿਆ ਨਾ ਇਹ ਬਿਮਾਰੀ ਆ। ਹੁਣ ਇਦਾਂ ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਆਪ ਨੂੰ ਚੈੱਕ ਕਰ, ਬਿਮਾਰੀ ਵੇਖ। ਕਿਹੜੀ ਬਿਮਾਰੀ ਵੇਖਣੀ ਸੀ? ਭਾਵ ਇਹ ਬਿਮਾਰੀ ਵੇਖਣੀ ਸੀ ਵੀ ਮੈਂ ਮਤਲਬ ਬਾਹਰੀ ਤੌਰ ਤੇ ਸਰੀਰ, ਮੈਂ ਮੇਰੀ ਅੰਦਰ ਦੀ ਆਤਮਕ ਪਤਨੀ ਨਾਲ ਜੁੜ ਚੁੱਕਿਆ ਹਾਂ ਜਾਂ ਨਹੀਂ ਜੁੜਿਆ। ਇਹਨੂੰ ਦੇਖਣਾ, ਚੈੱਕ ਕਰਕੇ ਵੇਖਣਾ ਆਪਾਂ। ਸ਼ਾਇਦ ਇੱਥੇ ਸਾਡਾ ਸਾਰਿਆਂ ਦਾ ਜਵਾਬ ਹੋਵੇਗਾ, ਵਿੱਚੋਂ 100 ਦੇ ਵਿੱਚੋਂ 10 ਕੁ ਲੋਕਾਂ ਨੂੰ ਛੱਡ ਕੇ, 10 ਕੁ ਜਣਿਆਂ ਨੂੰ ਛੱਡ ਕੇ ਨਾ 90 ਦਾ ਇਹੀ ਜਵਾਬ ਹੋਵੇਗਾ ਵੀ ਅਸੀਂ ਅੱਜ ਤੱਕ ਆਪਣੀ ਅੰਦਰ ਦੀ ਅਵਸਥਾ, ਆਤਮਕ ਅਵਸਥਾ ਜਿਹਨੂੰ ਆਪਾਂ ਕਹਿੰਦੇ, ਆਤਮਾ ਨਾਲ ਕਹਿ ਲਓ, ਆਤਮਾ ਰੂਪੀ ਪਤਨੀ ਨਾਲ ਜੁੜ ਨਹੀਂ ਸਕੇ, ਮਿਲ ਨਹੀਂ ਸਕੇ, ਇੱਕ ਮੰਜੇ ਤੇ ਬੈਠ ਨਹੀਂ ਸਕੇ, ਇੱਕ ਜਗ੍ਹਾ ਤੇ ਇਕੱਠੇ ਨਹੀਂ ਹੋ ਸਕੇ। ਆਤਮਾ ਹੋਰ ਪਾਸੇ ਤੁਰੀ ਫਿਰਦੀ ਆ ਤੇ ਸਰੀਰ ਹੋਰ ਪਾਸੇ ਤੁਰਿਆ ਫਿਰਦਾ। ਦੋਵਾਂ ਦਾ ਇਉਂ ਕਹਿ ਲਓ ਆਪਸ ਵਿੱਚ ਵਿਜੋਗ ਪੈ ਗਿਆ, ਜਿਹਨੂੰ ਆਪਾਂ ਕਜੋੜ ਵੀ ਕਹਿ ਦਿੰਦੇ ਆ। ਜੋੜ, ਮਲਾਪ, ਕਜੋੜ, ਦੋਨਾਂ ਦਾ ਫਰਕ ਪੈ ਗਿਆ। ਨਿਗਾਹ ਮਾਰ ਕੇ ਵੇਖੋ, ਆਤਮਾ ਅਲੱਗ ਹੈ ਤੇ ਸਰੀਰ ਅਲੱਗ ਹੈ। ਤੇ ਗੁਰੂ ਸਾਹਿਬ ਕਹਿੰਦੇ ਆਪਣੀ ਆਤਮਾ ਨੂੰ ਮਿਲ ਸੁੰਦਰ ਨਾਰੀ। ਐਂ ਜ਼ਿਕਰ ਕੀਤਾ ਨਾ, ਪੜ੍ਹ ਲਿਓ।
ਭਾਵ ਗੁਰੂ ਸਾਹਿਬ ਜੀ ਕਹਿੰਦੇ ਆਪਣੀ ਆਤਮਾ ਰੂਪੀ ਨਾਰੀ ਨੂੰ ਮਿਲ ਕੇ ਭਾਈ ਜ਼ਿੰਦਗੀ ਸੋਹਣੀ ਬਣਾ। ਗੁਰੂ ਨਾਨਕ ਮੇਰੀ ਪੈਜ ਸਵਾਰੀ। ਜਦੋਂ ਤੂੰ ਆਪਣੇ ਆਪ ਨੂੰ ਚੈੱਕ ਕਰ ਲਿਆ, ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਰੂਪੀ ਵਿਚਾਰ ਰੂਪੀ ਦਵਾਈ ਤੈਨੂੰ ਦੇ ਦੇਣੀ ਆ। ਉਹਦੀ ਦਵਾਈ ਪ੍ਰਾਪਤ ਕਰਨ ਦੇ ਨਾਲ ਤੇਰੀ ਇੱਜ਼ਤ ਵੱਧ ਜਾਣੀ ਆ। ਪੈਜ ਮੀਨਜ਼ ਇੱਜ਼ਤ, ਇੱਜ਼ਤ ਤੇਰੀ ਵੱਧ ਜਾਵੇਗੀ। ਫਿਰ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੂੰ ਆਪਣੇ ਜੀਵਨ ਦੇ ਵਿੱਚ ਬਸ ਕੁਝ ਗੱਲਾਂ ਨੋਟ ਕਰ ਲਾ, ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ। ਧਿਆਨ 'ਚ ਕਿਉਂ ਰੱਖਣਾ? ਕਿਉਂਕਿ ਤਾਂ ਹੀ ਤੂੰ ਸੌਖਾ ਹੋ ਸਕਦਾ। ਦੁੱਖ ਕਿਉਂ ਆਏ? ਭੁੱਖ ਵੱਧ ਗਈ। ਸੁੱਖ ਕਿੱਥੋਂ ਮਿਲੂਗਾ? ਗੁਰੂ ਨਾਨਕ ਸਾਹਿਬ ਕੋਲੋਂ। ਇਹ ਕਿਵੇਂ ਮਿਲੂਗਾ? ਕਿਉਂਕਿ ਅਸੀਂ ਤ੍ਰਿਪਤ ਹੋਣਾ। ਜਿੰਨਾ ਟਾਈਮ ਤ੍ਰਿਪਤ ਨਹੀਂ ਹੁੰਦੇ ਉਨਾ ਟਾਈਮ ਸੁੱਖ ਨਹੀਂ ਆ ਸਕਦਾ। ਤੇ ਗੁਰੂ ਕੋਲੇ ਆਉਣ ਕਰਕੇ ਫਿਰ ਜਦੋਂ ਤ੍ਰਿਪਤ ਹੋ ਗਏ, ਫਿਰ ਉਹਨੇ ਤਾਪ, ਪਾਪ, ਸੰਤਾਪ ਇਹ ਖਤਮ ਕਰ ਦੇਣੇ ਨੇ। ਜਦੋਂ ਇਹ ਤਿੰਨੇ ਰੋਗ ਖਤਮ ਹੋ ਗਏ, ਫਿਰ ਅਸੀਂ ਆਪਣੀ ਆਤਮਾ ਰੂਪੀ ਪਤਨੀ ਤੱਕ ਪਹੁੰਚ ਜਾਵਾਂਗੇ। ਉਹ ਇੱਕ ਨਾ ਵਿਚਾਲੇ ਦੀਵਾਰ ਆ, ਕੰਧ ਆ, ਉਹਦੇ ਤੱਕ ਪਹੁੰਚ ਨਹੀਂ ਹੁੰਦੀਗੀ। ਜੇ ਤਿੰਨੇ ਰੋਗਾਂ ਵਾਲੀ ਕੰਧ ਟੁੱਟ ਗਈ ਨਾ, ਫਿਰ ਅਸੀਂ ਅੱਗੇ ਚਲੇ ਜਾਵਾਂਗੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ। ਟੁੱਟੈ ਤੋਂ ਭਾਵ ਟੁੱਟੂ, ਕਿਵੇਂ ਕੰਧ ਟੁੱਟੂਗੀ ਉਹ? ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਭਨਾਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿ ਸੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਬਸਾਇਆ।